ਜ਼ਿੰਦਗੀ ਨੇ ਬੜੀਆਂ ਹੀ ਟੈਨਸ਼ਨਾਂ ਦਿੱਤੀਆਂ ਨੇ। ਕਹਿੰਦਾ ਪਰੇਸ਼ਾਨੀ ਨਾਲ ਸਮਝ ਨਹੀਂ ਸੀ ਆਉਂਦੀ ਕਿ ਮੈਂ ਕਰਨਾ ਕੀ ਹੈ। ਕਹਿੰਦਾ ਮੈਂ ਪਾਕਿਸਤਾਨ ਜਾਣਾ ਸੀ ਸ਼ਾਦੀ ਵਾਸਤੇ। ਕਹਿੰਦਾ ਮੈਂ ਟਿਕਟ ਉਦੋਂ ਦੀ ਕਰਾਈ ਸੀ ਮਹਿੰਦੀ ਵਾਲੀ ਰਾਤ ਦੀ। ਕਹਿੰਦਾ ਘਰ ਦੇ ਕਹਿੰਦੇ ਕਿਸ ਟਾਈਮ ਨਾਲ ਪਹੁੰਚੇ। ਕਹਿੰਦਾ ਮੈਂ ਸ਼ਾਮੀ ਪਿਛਲੇ ਟਾਈਮ 5 ਵਜੇ ਪਹੁੰਚ ਆਵਾਂਗਾ। ਘਰ ਦੇ ਕਹਿੰਦੇ ਠੀਕ ਹੈ ਪੁੱਤਰ ਅਸੀਂ ਤੈਨੂੰ ਲੈਣ ਵਾਸਤੇ ਆ ਜਾਾਂਗੇ। ਕਹਿੰਦਾ ਮੈਂ ਥੋੜੇ ਪੈਸੇ ਇਕੱਠੇ ਕਰਕੇ ਨਾ ਆਪਣੀ ਜਨਾਨੀ ਵਾਸਤੇ ਥੋੜਾ ਜਿਹਾ ਜ਼ੇਵਰ ਬਣਾਏ ਅਸੀਂ। ਕਹਿੰਦਾ ਮੈਂ ਕਿਹਾ ਚਲੋ ਉਹਨੂੰ ਸਰਪ੍ਰਾਈਜ਼ ਦਿਆਂਗਾ। ਕਹਿੰਦਾ ਜਿਉਂ ਹੀ ਮੈਂ 에ਅਰਪੋਰਟ ਤੇ ਪਹੁੰਚਿਆ ਤੇ 2 ਘੰਟੇ ਮੇਰੀ ਫਲਾਈਟ ਲੇਟ ਹੋ ਗਈ। ਕਹਿੰਦਾ ਮੈਂ ਫਿਰ ਵੀ ਖੁਸ਼ ਸਾਂ ਕੋਈ ਨਹੀਂ ਟਾਈਮ ਨਾਲ ਮੈਂ ਪਹੁੰਚ ਜਾਵਾਂਗਾ। ਸਾਰੇ ਮਹਿਮਾਨ ਘਰ ਆ ਕੇ ਬੈਠੇ ਸੀ ਕਿ ਰਾਤੀ ਮਹਿੰਦੀ ਕਰਨੀ ਹੈ। ਕਹਿੰਦਾ ਪਰ ਜਿਸ ਵੇਲੇ ਮੈਂ ਪਾਕਿਸਤਾਨ ਪਹੁੰਚਿਆ ਤੇ ਕਹਿੰਦਾ ਪਾਕਿਸਤਾਨ ਸਾਰੇ ਬੰਦਿਆਂ ਦਾ ਸਮਾਨ ਆ ਗਿਆ। ਕਹਿੰਦਾ ਮੇਰਾ ਸਮਾਨ ਨਹੀਂ ਸੀ ਆਉਂਦਾ ਪਿਆ। ਕਹਿੰਦਾ 3 ਘੰਟੇ ਗੁਜ਼ਰ ਗਏ ਘਰ ਦੇ ਬਾਹਰੋਂ ਕਾਲਾ ਕਰਨ ਪੁੱਤਰ ਘਰ ਮਹਿਮਾਨ ਬੈਠੇ ਨੇ ਕੀ ਗੱਲ ਹੈ ਤੂੰ ਨਹੀਂ ਬਾਹਰ ਪਿਆ ਆਉਂਦਾ। ਕਹਿੰਦਾ ਮੈਂ ਕਿਹਾ ਮੇਰਾ ਬੈਗ ਹੀ ਨਹੀਂ ਆਉਂਦਾ ਪਿਆ ਮੈਂ ਬੈਗ ਦਾ ਇੰਤਜ਼ਾਰ ਕਰਨ ਲੱਗਿਆ। ਉਹਨਾਂ ਕਿਹਾ ਜਾ ਕੇ ਪਤਾ ਤੇ ਕਰ ਕਿਉਂ ਨਹੀਂ ਤੇਰਾ ਬੈਗ ਪਿਆ ਆਉਂਦਾ। ਕਹਿੰਦਾ ਮੈਂ ਜਿਸ ਵੇਲੇ ਜਾ ਕੇ ਕਾਊਂਟਰ ਤੋਂ ਪੁੱਛਿਆ ਕਿ ਇਸ ਤਰ੍ਹਾਂ ਮੇਰਾ ਬੈਗ ਨਹੀਂ ਆਉਂਦਾ। ਉਹਨਾਂ ਕਿਹਾ ਸਰ ਸਬਰ ਕਰ ਜੋ ਜ਼ਰੂਰ ਕੋਈ ਇਨਕੁਆਇਰੀ ਹੁੰਦੀ ਹੋਵੇਗੀ ਪਈ ਹੋਰ ਅੱਧਾ ਘੰਟਾ ਇੰਤਜ਼ਾਰ ਕਰੋ ਅਗਰ ਨਹੀਂ ਆਉਂਦਾ ਤੇ ਫਿਰ ਅਸੀਂ ਤੇਰੀ ਮਦਦ ਕਰਾਂਗੇ। ਕਹਿੰਦਾ ਪਰ ਮੈਂ ਉੱਥੇ ਖਲੋਤਾ ਰਿਹਾ। ਕਹਿੰਦਾ ਫਿਰ ਥੋੜੀ ਦੇਰ ਬਾਅਦ ਮੇਰਾ ਬੈਗ ਆ ਗਿਆ। ਕਹਿੰਦਾ ਜੋ ਹੀ ਬੈਗ ਆਇਆ ਤੇ ਬੈਗ ਫਟਿਆ ਸੀ। ਕਹਿੰਦਾ ਮੈਂ ਦੇਖਿਆ ਪਰੇਸ਼ਾਨ ਹੋ ਗਿਆ ਕਿ ਇਹ ਤੇ ਬੈਗ ਫਟੇ ਆ। ਕਹਿੰਦਾ ਜੋ ਹੀ ਖੋਲਿਆ ਤੇ ਦੇਖਿਆ ਤੇ ਵਿੱਚ ਜ਼ੇਵਰ ਹੀ ਕੋਨਾ। ਕਹਿੰਦਾ ਮੈਂ ਹੋਰ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਜਾ ਕੇ ਉਹਨਾਂ ਨੂੰ ਦੱਸਿਆ ਕਿ ਸਰ ਮੇਰਾ ਤੇ ਜ਼ੇਵਰ ਸੀ ਇਸ ਬੈਗ 'ਚ ਕਿਸੇ ਬੰਦੇ ਨੇ ਕੱਢ ਲਿਆ ਇਸ ਤਰ੍ਹਾਂ ਬੈਗ ਵੀ ਫਟੇ ਆ। ਉਹਨਾਂ ਕਿਹਾ ਸਰ ਫਿਕਰ ਨਾ ਕਰੋ ਤੁਸੀਂ ਆਪਣਾ ਸ਼ਨਾਖਤੀ ਕਾਰਡ ਦਿਓ ਟਿਕਟ ਦਿਓ ਤੇ ਅਸੀਂ ਜਿਹੜਾ ਤੁਹਾਡੀ ਰਿਪੋਰਟ ਲਿਖ ਲੈਂਦੇ ਆ ਤੇ ਜੋ ਹੀ ਕੋਈ ਪਤਾ ਲੱਗਦਾ ਤੇ ਫਿਰ ਤੁਹਾਨੂੰ ਅਸੀਂ ਕਾਲ ਕਰਾਂਗੇ ਕਿ ਸਾਡੇ ਕੋਲ ਕੈਮਰੇ ਲੱਗੇ ਨੇ ਕੋਈ ਬੰਦਾ ਵੀ ਚੋਰੀ ਨਹੀਂ ਕਰ ਸਕਦਾ। ਕਹਿੰਦਾ ਮੈਂ ਹੋਰ ਕਰ ਵੀ ਕਹਿ ਸਕਦਾ ਸਾਂ ਉਹ ਤੋਂ ਪਰੇਸ਼ਾਨੀ ਸੀ ਕਿ ਘਰ ਮਹਿਮਾਨ ਇੰਤਜ਼ਾਰ ਕਰ ਰਹੇ ਨੇ ਮੇਰੀ ਮਹਿੰਦੀ ਹੈ। ਬਹਰਹਾਲ ਕਹਿੰਦਾ ਜੋ ਹੀ ਮੈਂ ਬਾਹਰ ਆਇਆ ਘਰ ਦੇ ਵਿਚਾਰੇ ਅੱਗੇ ਥੱਕੇ ਟੁੱਟੇ ਪਏ ਸੀ ਇੰਤਜ਼ਾਰ ਕਰ ਕਰਕੇ। ਉਹਨਾਂ ਕਿਹਾ ਪੁੱਤਰ ਤੱਕ ਲੈ ਕਿ ਟਾਈਮ ਹੋ ਗਿਆ ਹੁਣ ਕਿਸ ਟਾਈਮ ਅਸੀਂ ਜਾ ਪਹੁੰਚਾਂਗੇ ਹੁਣ ਮਹਿੰਦੀ ਤੇ ਲੋਕ ਇੰਤਜ਼ਾਰ ਕਰਨ ਲੱਗੇ ਨੇ। ਕਹਿੰਦਾ ਮੈਂ ਕਿਹਾ ਕੋਈ ਨਹੀਂ ਮਸਲਾ ਪਹੁੰਚ ਜਾਾਂਗੇ ਹੋਰ 9:30 ਵਜੇ ਤੱਕ ਪਹੁੰਚ ਜਾਾਂਗੇ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ। ਕਹਿੰਦਾ ਜੋ ਹੀ ਫਿਰ ਉਹ ਤੂੰ ਗੱਡੀ ਤੋਂ ਨਿਕਲਿਆ। ਕਹਿੰਦਾ ਅੱਲਾ ਦੀ ਐਸੀ ਹੋਣੀ ਹੋਈ ਕਿ ਕਹਿੰਦਾ ਰਾਜ ਗੱਡੀ ਸਾਡੀ ਖਰਾਬ ਹੋ ਗਈ। ਕਹਿੰਦਾ ਉਹ ਵੀ ਸੁਨਸਾਨ ਰਸਤੇ ਵਿੱਚ। ਕਹਿੰਦਾ ਜੋ ਇੰਤਜ਼ਾਰ ਕਰਨ ਲੱਗੇ ਕਹਿੰਦਾ ਕੋਈ ਬੰਦਾ ਗੱਡੀ ਰੋਕਦਾ ਹੀ ਕੋਈ ਨਹੀਂ ਸੀ। ਕਹਿੰਦਾ ਕਿੰਨੀ ਦੇਰ ਇੰਤਜ਼ਾਰ ਕਰਦੇ ਰਿਹਾ ਫਿਰ ਕਹਿੰਦਾ ਇੱਕ ਰਿਸ਼ਤੇਦਾਰ ਸੀ ਕੋਲ ਹੀ ਨਾਲ ਸ਼ਹਿਰ ਵਾਲਾ। ਕਹਿੰਦਾ ਉਹਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਕੋਈ ਬੰਦੋਬਸਤ ਕਰ ਤੇ ਸਾਡੇ ਕੋਲ ਇੱਥੇ ਪਹੁੰਚ। ਕਹਿੰਦਾ ਪਰ ਜਿਤਨੀ ਦੇਰ ਉਹ ਪਹੁੰਚਦਾ ਤੇ ਸਾਡੇ ਰਾਤ ਦੇ 12:30 ਹੋ ਗਏ ਸੀ। ਕਹਿੰਦਾ ਜੋ ਹੀ ਉਹਨੇ ਸਾਨੂੰ ਨਾਲ ਗੱਡੀ 'ਚ ਬਿਠਾਇਆ ਕਹਿੰਦਾ ਉੱਥੇ ਘਰ ਪਹੁੰਚਿਆ। ਕਹਿੰਦਾ ਸਾਰੇ ਵਿਚਾਰੇ ਕੱਪੜੇ ਛਪੜੇ ਪਾ ਕੇ ਮਹਿੰਦੀ ਦਾ ਇੰਤਜ਼ਾਰ ਕਰ ਰਹੇ ਸੀ। ਕਹਿੰਦਾ ਲੇਕਿਨ ਉਹ ਥੱਕੇ ਟੁੱਟੇ ਪਏ ਸੀ। ਕਹਿੰਦਾ ਮਹਿੰਦੀ ਹੋਣੀ ਵੀ ਕੀ ਸੀ। ਕਹਿੰਦਾ ਮੈਂ ਕਿਹਾ ਚਲੋ ਸਾਰੇ ਝੱਟ ਬੈਠੇ ਆ ਬਹਿ ਕੇ ਤੇ ਕਹਿੰਦਾ ਜਾ ਕੇ ਸਾਰੇ ਲੰਮੇ ਪੈ ਗਏ। ਕਹਿੰਦਾ ਲੰਮੇ ਪੈ ਗਏ ਉੱਥੇ। ਕਹਿੰਦਾ ਉਸ ਤੋਂ ਬਾਅਦ ਜਿਹੜਾ ਸਵੇਰ ਮੈਂ ਤਿਆਰ ਹੋਇਆ ਜਾ ਕੇ ਦੁल्हा ਬਣ ਗਿਆ। ਕਹਿੰਦਾ ਸਾਰਿਆਂ ਨੇ ਬੜਾ ਸੋਹਣਾ ਪਿਆ ਲੱਗਦਾ। ਕਹਿੰਦਾ ਲੇਕਿਨ ਮੇਰੇ ਦਿਮਾਗ 'ਚ ਇਹ ਸੀ ਕਿ ਮੇਰਾ ਜ਼ੇਵਰ ਜਾਂਦਾ ਰਿਹਾ ਆਪਣੀ ਜਨਾਨੀ ਵਾਸਤੇ ਮੈਂ ਬਣਾਇਆ ਸੀ ਚੰਗੀ ਮੈਂ ਸ਼ਾਦੀ ਕਰਨ ਲੱਗਾ। ਕਹਿੰਦਾ ਬਹਰਹਾਲ ਮੇਰੀ ਬਾਰਾਤ ਗਈ। ਕਹਿੰਦਾ ਜਿਉਂ ਹੀ ਬਾਰਾਤ ਗਈ ਤੇ ਕਹਿੰਦਾ ਜਨਾਨੀ ਤਾਕੀ ਹੋਰ ਮੈਂ ਖੁਸ਼ ਹੋ ਗਿਆ ਮਾਸ਼ਾਅੱਲਾ ਬੜੀ ਸੋਹਣੀ ਸੀ। ਕਹਿੰਦਾ ਜਿਉਂ ਹੀ ਫਿਰ ਘਰ ਆਈ ਹੈ ਕਹਿੰਦਾ ਬਹੁਤ ਖਿਦਮਤਗਾਰ ਮੈਨੂੰ ਜਨਾਨੀ ਮਿਲੀ। ਕਹਿੰਦਾ ਮੇਰੇ ਸਾਹ ਨਾਲ ਸਾਹ ਹੋ ਲੈਂਦੀ ਸੀ। ਕਹਿੰਦਾ ਮੈਂ ਜਿਹੜੀ ਗੱਲ ਕਰਦਾ ਨਾਲ ਹੀ ਉਹ ਜੀ ਕਰਦੀ ਸੀ। ਕਹਿੰਦਾ ਸ਼ਾਮੀ ਮੇਰੇ ਪੈਰ ਘੁੱਟਣੇ ਮੇਰੀ ਰੋਟੀ ਦਾ ਹਰ ਚੀਜ਼ ਦਾ ਖਿਆਲ ਰੱਖਦੀ ਸੀ। ਕਹਿੰਦਾ 1.5-2 ਮਹੀਨਾ ਮੈਂ ਘਰ ਰਿਹਾ। ਕਹਿੰਦਾ ਬੜੇ ਹੀ ਉਹਨੇ ਜਨਾਨੀ ਨੇ ਮੈਨੂੰ ਪਿਆਰ ਦਿੱਤਾ। ਕਹਿੰਦਾ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਛੋਟਾ ਬੱਚਾ ਵਾਂ। ਕਹਿੰਦਾ ਮੈਂ ਜਿਸ ਵੇਲੇ ਆਉਣ ਲੱਗਾ ਰੋਣ ਲੱਗ ਪਈ ਕਿ ਮੇਰਾ ਨਹੀਂ ਦਿਲ ਕਰਦਾ ਤੁਸੀਂ ਜਾਓ ਮੈਨੂੰ ਇੰਝ ਕਰੋ ਜੇਬ 'ਚ ਪਾ ਕੇ ਨਾਲ ਲੈ ਜਾਓ। ਕਹਿੰਦਾ ਮੈਂ ਕਿਹਾ ਫਿਕਰ ਨਾ ਕਰ ਮੈਂ ਫੇਰ ਆ ਜਾਵਾਂਗਾ। ਕਹਿੰਦਾ ਬਹਰਹਾਲ ਮੈਂ ਫਿਰ ਉੱਥੋਂ ਆ ਗਿਆ। ਕਹਿੰਦਾ ਜਿਸ ਵੇਲੇ ਆਇਆ ਤੇ ਹੋਰ ਮਹੀਨੇ ਡੇਢ ਬਾਅਦ ਜਿਹੜਾ ਜਨਾਬ ਉਹਨੇ ਖੁਸ਼ਖਬਰੀ ਦਿੱਤੀ ਕਿ ਇਸ ਤਰ੍ਹਾਂ ਜਿਹੜਾ ਨਾ ਮਾਸ਼ਾਅੱਲਾ ਮੈਂ ਉਮੀਦ ਤੂੰ ਆ ਤੇ ਅੱਲਾ ਸਾਡੀ ਸੁਣ ਲਈ ਹੈ। ਕਹਿੰਦਾ ਮੈਂ ਵੀ ਖੁਸ਼ ਹੋ ਗਿਆ ਚਲੋ ਆਰਾਮ ਸਕੂਨ ਨਾਲ ਹੁਣ ਇੱਥੇ ਕੰਮ ਕਰਨਾ। ਲੇਕਿਨ ਕਹਿੰਦਾ ਮੈਂ ਫਿਰ ਕੰਮ ਆਪਣਾ ਸ਼ੁਰੂ ਕਰ ਦਿੱਤਾ। ਕਹਿੰਦਾ ਫਿਰ ਸਾਡੇ ਘਰ ਇੱਕ ਬੇਟੀ ਪੈਦਾ ਹੋਈ। ਕਹਿੰਦਾ ਬੇਟੀ ਪੈਦਾ ਹੋਈ ਮੈਂ ਵੀ ਬੜਾ ਖੁਸ਼ ਹੋਇਆ ਤਾਂ ਕਿ ਉਹਦੀ ਫੋਟੋ ਸ਼ੋਟੋ ਚਲੋ ਅੱਲਾਹ ਤਾਲਾ ਨੇ ਰੱਬ ਦੀ ਰਹਿਮਤ ਦਿੱਤੀ ਹੈ ਤੇ ਚਲੋ ਸਾਡੇ ਘਰ ਵੀ ਖੁਸ਼ੀਆਂ ਆਈਆਂ ਨੇ। ਕਹਿੰਦਾ ਪਰ ਜਨਾਨੀ ਕਹਿੰਦੀ ਹੁਣ ਤੁਸੀਂ ਆਵੋ ਨਾ ਆਪਣੀ ਬੇਟੀ ਕੋਲ ਤੁਸੀਂ ਆਉਣਾ ਨਹੀਂ ਹੈ। ਕਹਿੰਦਾ ਮੈਂ ਕਿਹਾ ਆਉਣਾ ਤੂੰ ਫਿਕਰ ਨਾ ਕਰ ਮੈਂ ਜਲਦੀ ਆ ਜਾਵਾਂਗਾ। ਕਹਿੰਦਾ ਨਹੀਂ ਜਨਾਨੀ ਨੇ ਜ਼ਿੱਦ ਕੀਤੀ ਮੈਨੂੰ ਨਹੀਂ ਪਤਾ ਕਿ ਤੁਸੀਂ ਲਾਜ਼ਮੀ ਆਵੋ। ਕਹਿੰਦਾ ਮੈਂ ਕਿਹਾ ਅੱਛਾ ਚੱਲ ਮੈਂ ਆ ਜਾਣਾ। ਕਹਿੰਦਾ ਕਰਦਿਆਂ ਕਰਾਇਆ ਜਿਹੜਾ ਨਾ ਬੇਟੀ ਸਾਡੀ ਸਾਲ ਦੀ ਹੋ ਗਈ ਸੀ ਫਿਰ ਮੈਂ ਉਹਨੂੰ ਆਖਿਆ ਮੈਂ ਆਵਣਾ। ਕਹਿੰਦਾ ਬੜੀ ਖੁਸ਼ ਹੋਈ। ਕਹਿੰਦੀ ਹੁਣ 4-5 ਮਹੀਨੇ ਛੁੱਟੀ ਆਵਣਾ ਜੇ। ਕਹਿੰਦੇ ਬਿਲਕੁਲ ਮੈਂ 4-5 ਮਹੀਨੇ ਹੀ ਆਵਾਂਗਾ ਨਾਲੇ ਆਪਣੀ ਮੈਂ ਧੀ ਨਾਲ ਨਹੀਂ ਖੇਡਣਾ ਆ ਕੇ। ਕਹਿੰਦਾ ਬਹਰਹਾਲ ਮੈਂ ਜਿਸ ਵੇਲੇ ਫਿਰ ਉੱਥੋਂ ਆਇਆ ਕਹਿੰਦਾ ਪਾਕਿਸਤਾਨ ਵਾਸਤੇ ਕਹਿੰਦਾ ਬੜੇ ਤਿਆਰ ਸ਼ਿਆਰ ਹੋਏ ਸੀ। ਕਹਿੰਦਾ ਉੱਥੇ ਜਿਸ ਵੇਲੇ 에ਅਰਪੋਰਟ ਤੇ ਫਿਰ ਕਹਿੰਦਾ ਮੇਰੇ ਤਕਰੀਬਨ 4 ਘੰਟੇ ਫਲਾਈਟ ਜਿਹੜੀ ਆ ਉਹ ਲੇਟ ਹੋ ਗਈ। ਕਹਿੰਦਾ ਜੋ ਮੇਰੀ ਫਲਾਈਟ ਲੇਟ ਹੋਈ ਕਹਿੰਦਾ ਮੈਂ ਆਪਣਾ ਫੋਨ ਜਿਹੜਾ ਨਾ ਐਸੀ ਬੇਵਕੂਫੀ ਕੀਤੀ ਕਹਿੰਦਾ ਮੈਂ ਆਪਣਾ ਫੋਨ ਜਿਹੜਾ ਉਹ ਬੰਦ ਕਰ ਦਿੱਤੇ ਅਸੀਂ। ਕਹਿੰਦਾ ਮੈਂ ਕੋਈ ਪਤਾ ਹੀ ਨਹੀਂ ਮੈਨੂੰ ਕਿ ਕੋਈ ਕਾਲ ਮੈਨੂੰ ਕਰੇਗਾ। ਕਹਿੰਦਾ ਪਰ 4 ਘੰਟੇ ਫਲਾਈਟ ਲੇਟ ਹੋਈ। ਕਹਿੰਦਾ ਦੁਬਈ ਆਇਆ ਦੁਬਈ ਆ ਕੇ ਵੀ ਕਹਿੰਦਾ ਅੱਗੋਂ ਜਿਹੜਾ ਮੈਂ ਫੋਨ ਕੋਨਾ ਆਨ ਕੀਤਾ
ਕਹਿੰਦਾ ਮੈਂ ਕਿਹਾ ਹੁਣ ਇੱਕ ਵਾਰੀ ਜਾ ਕੇ ਜਿਹੜਾ ਨਾ ਪਾਕਿਸਤਾਨ ਜਾ ਕੇ ਆਨ ਕਰਨੇ ਆ। ਕਹਿੰਦਾ ਮੈਂ ਜਿਉਂ ਹੀ ਪਾਕਿਸਤਾਨ ਪਹੁੰਚਿਆ, ਕਹਿੰਦਾ ਮੈਂ ਤੇ ਆਖਿਆ ਘਰ ਦੇ ਜਨਾਨੀ ਬੇਟੀ ਸਾਰੇ ਆਏ ਹੋਣੇ ਨੇ। ਕਹਿੰਦਾ ਮੈਂ ਆਪਣਾ ਸਮਾਨ ਸ਼ਾਨ ਲਿਆ, ਕਹਿੰਦਾ ਬੱਚੀ ਵਾਸਤੇ ਢੇਰ ਚੀਜ਼ਾਂ ਲਈਆਂ, ਜਨਾਨੀ ਵਾਸਤੇ ਵੀ ਕਹਿੰਦਾ ਸ਼ੂਜ਼ ਵਗੈਰਾ ਲਏ, ਢੇਰ ਚੀਜ਼ਾਂ ਕਹਿੰਦਾ ਗਿਫਟ ਸ਼ਿਫਟ ਉਹਦੇ ਵਾਸਤੇ ਵੀ ਮੈਂ ਲਏ ਸੀ। ਕਹਿੰਦਾ ਆਈ ਬੜੀ ਚੰਗੀ ਸੀ। ਕਹਿੰਦਾ ਜਿਉਂ ਹੀ ਫਿਰ ਮੈਂ ਬਾਹਰ 에ਅਰਪੋਰਟ ਤੋਂ ਨਿਕਲਿਆ ਤੱਕਿਆ ਤੇ ਬਾਹਰ ਬੰਦੇ ਹੀ ਕੋਨਾ। ਕਹਿੰਦਾ ਸਾਡਾ ਤੇ ਕੋਈ ਬੰਦਾ ਹੀ ਕੋਨਾ ਲੈਣ ਆਇਆ। ਕਹਿੰਦਾ ਮੈਂ ਕਿਰਿਆਗਾ ਪਿੱਛਾ ਬਹਿ ਗਏ ਹੋਣੇ ਨੇ। ਕਹਿੰਦਾ ਤੱਕਿਆ ਮੈਨੂੰ ਕੋਨਾ ਨਜ਼ਰ ਆਇਆ। ਕਹਿੰਦਾ ਮੈਂ ਫਟਾਫਟ ਆਪਣਾ ਫੋਨ ਆਨ ਕੀਤਾ। ਕਹਿੰਦਾ ਜਿਉਂ ਹੀ ਫੋਨ ਆਨ ਕੀਤਾ ਤੇ ਕਹਿੰਦਾ ਉਹਦੇ ਤੇ ਇੱਕ ਮਿਸ ਕਾਲ ਆਈ ਸੀ ਸਿਰਫ। ਕਹਿੰਦਾ ਮੈਂ ਉਹਨੂੰ ਮਿਸ ਕਾਲ ਨੂੰ ਜੇ ਕਾਲ ਕੀਤੀ, ਕਹਿੰਦਾ ਉਹਨਾਂ ਆਖਿਆ ਜੀ ਇਸ ਤਰ੍ਹਾਂ ਜਿਹੜਾ ਤੁਹਾਡੀ ਜਿਹੜੀ ਗੱਡੀ ਹੈ ਨਾ ਉਹਦਾ ਐਕਸੀਡੈਂਟ ਹੋ ਗਿਆ, ਜਿਹੜੇ ਤੁਹਾਨੂੰ ਲੈਣ ਵਾਸਤੇ ਆ ਰਹੇ। ਕਹਿੰਦਾ ਮੈਂ ਆਖਿਆ ਕੀ ਪੇ ਕਹਿੰਦੇ ਹੋ? ਉਹਨਾਂ ਆਖਿਆ ਜੀ ਇਹ ਆਪਣੇ ਘਰਦਿਆਂ ਨਾਲ ਗੱਲ ਕਰੋ। ਕਹਿੰਦਾ ਜਿਸ ਵੇਲੇ ਮੈਂ ਆਪਣੇ ਅੰਮੀ ਨਾਲ ਗੱਲ ਕੀਤੀ, ਉਹਨਾਂ ਦੱਸਿਆ ਕਿ ਬੇਟਾ ਇਸ ਤਰ੍ਹਾਂ ਜਿਹੜਾ ਸਾਡਾ ਤੇ ਐਕਸੀਡੈਂਟ ਹੋ ਗਿਆ ਸੀ ਤੇ ਰਾਹ 'ਚ, ਤੇ ਕਹਿੰਦਾ ਅੰਮੀ ਜੀ ਹੈਰ ਆ ਸਾਰੇ ਠੀਕ ਠਾਕ ਹੋ? ਕਹਿੰਦਾ ਪੁੱਤਰ ਸਾਰੇ ਠੀਕ ਆ, ਲੇਕਿਨ ਤੇਰੀ ਜਨਾਨੀ ਦੇ ਸਿਰ 'ਚ ਸੱਟ ਲੱਗ ਗਈ ਹੈ ਤੇ ਜਿਹਦੀ ਵਜ੍ਹਾ ਨਾਲ ਜਿਹੜਾ ਨਾ ਉਹ ਹੁਣ ਜਿਹੜਾ ਐਮਰਜੈਂਸੀ ਵਿੱਚ ਹੈ। ਕਹਿੰਦਾ ਮੈਂ ਪਰੇਸ਼ਾਨ, ਮੈਂ ਕਿਹਾ ਦੱਸੋ ਕਿਹੜੇ ਹਸਪਤਾਲ ਹੋ? ਕਹਿੰਦਾ ਜਿਉਂ 에ਅਰਪੋਰਟ ਤੋਂ ਬਾਹਰ ਕਹਿੰਦਾ ਮੈਂ ਫਟਾਫਟ ਟੈਕਸੀ ਲਈ, ਉਹਨਾਂ ਜਿੱਥੇ ਦੱਸਿਆ ਕਹਿੰਦਾ ਮੇਰਾ ਰਾਹ ਨਹੀਂ ਸੀ ਗੁਜ਼ਰਦਾ ਪਿਆ ਕਿ ਫਟਾਫਟ ਆਪਣੀ ਜਨਾਨੀ ਕੋਲ ਪਹੁੰਚਾ। ਕਹਿੰਦਾ ਜਿਉਂ ਹੀ ਮੈਂ ਉੱਥੇ ਹਸਪਤਾਲ ਪਹੁੰਚਿਆ, ਕਹਿੰਦਾ ਪਹੁੰਚ ਕੇ ਜਿਉਂ ਅੰਦਰ ਗਿਆ ਤੇ ਕਹਿੰਦਾ ਘਰ ਦੇ ਸਾਰੇ ਠੀਕ ਸੀ। ਕਹਿੰਦਾ ਮੇਰੀ ਬੇਟੀ ਵੀ ਠੀਕ ਸੀ। ਕਹਿੰਦਾ ਪਹਿਲੀ ਵਾਰੀ ਉਹਨੂੰ ਮੈਂ ਮਿਲਣ ਲੱਗਾ ਸਾਂ। ਕਹਿੰਦਾ ਉਹਨੂੰ ਕਲਾਵਾ ਸ਼ਾਵਾ ਮਾਰ ਕੇ ਮਿਲਿਆ ਤੇ ਕਹਿੰਦਾ ਡਾਕਟਰ ਇਤਨੀ ਦੇਰ ਨੂੰ ਬਾਹਰ ਆ ਗਿਆ। ਕਹਿੰਦਾ ਬਾਹਰ ਆ ਕੇ ਆਖਦਾ ਕਿ ਜਿਹੜੇ ਨਾ ਉਹ ਬੀਬੀ ਜਿਹੜੇ ਨੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਕਹਿੰਦਾ ਮੈਂ ਸੁਣ ਕੇ ਮੈਨੂੰ ਤੇ ਕੰਬਣੀ ਲੱਗ ਗਈ। ਕਹਿੰਦਾ ਮੇਰਾ ਦਿਲ ਵੀ ਜਿਹੜਾ ਨਾ ਉਹ ਅੱਜ ਖਿੱਚਣ ਹੋ ਗਿਆ ਕਿ ਇਹ ਹੋਇਆ ਕੀ ਹੈ। ਕਹਿੰਦਾ ਮੈਂ ਜਿਉਂ ਹੀ ਪਾਕਿਸਤਾਨ ਪਹੁੰਚਿਆ ਇੰਨੀ ਦੇਰ ਨੂੰ ਜਿਹੜਾ ਇਹ ਕੰਮ ਪੈ ਗਿਆ। ਕਹਿੰਦਾ ਮੈਂ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ। ਕਹਿੰਦਾ ਬਾਰਾ ਘਰ ਦੇ ਜੇ ਸਾਰੇ ਹੌਸਲਾ ਦੇਣ ਲੱਗ ਪਏ। ਕਹਿੰਦਾ ਬੇਟੀ ਮੇਰੀ ਮੇਰੇ ਵੱਲ ਤੱਕੇ। ਕਹਿੰਦਾ ਜ਼ਾਹਰੀ ਗੱਲ ਆ ਮੇਰੀ ਪਹਿਲਾਂ ਵਾਕਫ ਹੀ ਕੌਣ ਸੀ, ਮੇਰੇ ਨਾਲ ਤੇ ਲੱਗਦੀ ਕੋਈ ਨਹੀਂ ਸੀ ਪਈ। ਕਹਿੰਦਾ ਕਦੇ ਚਾਚੇ ਕੋਲ ਟੁਰ ਜਾਂਦੀ, ਕਦੇ ਮੇਰੀ ਅੰਮੀ ਕੋਲ ਟੁਰ ਜਾਂਦੀ। ਕਹਿੰਦਾ ਪਰ ਅਸੀਂ ਜਿਹੜਾ ਉਹ ਮੇਰੀ ਬੇਗਮ ਦੀ ਕਹਿੰਦਾ ਬਾਡੀ ਲੈ ਕੇ ਅਸੀਂ ਘਰ ਆ ਗਏ। ਕਹਿੰਦਾ ਜੋ ਹੀ ਘਰ ਆਏ ਆ ਕੇ ਜ਼ਾਹਰੀ ਗੱਲ ਆ ਕਹਿੰਦਾ ਮੈਨੂੰ ਲੱਗਦਾ ਸੀ ਕਿ ਮੈਂ ਇਹਨੂੰ ਦਫਨਾਉਣ ਵਾਸਤੇ ਹੀ ਆਇਆ ਸਾਂ। ਕਹਿੰਦਾ ਫਿਰ ਉਹਦਾ ਜਨਾਜ਼ਾ ਸ਼ਾਜ਼ਾ ਕਰਵਾ ਕੇ ਤੇ ਕਹਿੰਦਾ ਦਫਨਾ ਦਿੱਤਾ। ਕਹਿੰਦਾ ਫਿਰ ਮੈਂ 15-20 ਦਿਨ ਘਰ ਰਿਹਾ ਤੇ ਘਰ ਦੇ ਕਹਿੰਦਾ ਪੁੱਤਰ ਕੋਈ ਨਹੀਂ, ਜੋ ਅੱਲਾ ਨੂੰ ਮਨਜ਼ੂਰ ਸੀ, ਫਿਰ ਹੁਣ ਤੂੰ ਹੌਸਲਾ ਕਰ। ਕਹਿੰਦਾ ਮੈਂ ਕਿਹਾ ਜੋ ਵੀ ਹੈ ਨਾ ਸਾਰੇ ਘਰ ਦਿਆਂਗੇ ਮੈਂ ਹੱਥ ਬੰਨੇ ਕਿ ਮੇਰੀ ਬੇਟੀ ਦਾ ਬੜਾ ਹਿਆਲ ਰੱਖਿਓ, ਇਹਨੂੰ ਜਿਹੜਾ ਕੋਈ ਤਕਲੀਫ ਸਾਰੇ ਆਖਣ ਨਾ ਤੂੰ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਪਿਆ ਕਰਨੇ, ਸਾਡੀ ਵੀ ਇਹ ਧੀ ਹੈ, ਇਹਦੀ ਮਾਂ ਕੋਈ ਨਹੀਂ ਰਹੀ, ਅਸੀਂ ਸਾਰੇ ਇਹਦਾ ਹਿਆਲ ਰੱਖਾਂਗੇ। ਕਹਿੰਦਾ ਬਹਰਹਾਲ ਮੈਂ ਜਿਸ ਤਰ੍ਹਾਂ ਕਿਸ ਤਰ੍ਹਾਂ ਵੀ ਹੈ ਨਾ ਥੋੜ੍ਹੀ ਬਹੁਤ ਆਪਣੇ ਨਾਲ ਲਾ ਲਈ ਸੀ ਬੇਟੀ, ਲੇਕਿਨ ਕਹਿੰਦਾ ਬਹਰਹਾਲ ਮੈਂ ਨਾ ਫਿਰ ਵਾਪਸ ਆ ਗਿਆ। ਕਹਿੰਦਾ ਜਿਉਂ ਹੀ ਮੈਂ ਵਾਪਸ ਆਇਆ ਤਕਰੀਬਨ ਸਾਲ ਸਾਰਾ ਗੁਜ਼ਰਿਆ ਤੇ ਅਮੀਰੀ ਕਹਿੰਦੇ ਨੇ ਕਿ ਪੁੱਤਰ ਤੂੰ ਇੰਝ ਕਰ ਵਾਪਸ ਆ, ਅਸਾਂ ਤੇਰੇ ਵਾਸਤੇ ਰਿਸ਼ਤਾ ਤੱਕੇ ਹੈ ਤੇ ਤੂੰ ਜਿਹੜਾ ਨਾ ਲਾਜ਼ਮੀ ਇੱਥੇ ਆ। ਕਹਿੰਦਾ ਮੈਂ ਕਿਹਾ ਠੀਕ ਹੈ ਮੈਂ ਚਲੋ ਆ ਜਾਣਾ। ਕਹਿੰਦਾ ਮੈਂ ਜਿਸ ਵੇਲੇ ਪਾਕਿਸਤਾਨ ਆਇਆ ਤੇ ਕਹਿੰਦਾ ਅਗੂ ਜਿਹਦੇ ਨਾਲ ਮੇਰੀ ਸ਼ਾਦੀ ਕਰਨੀ, ਕਹਿੰਦਾ ਮੈਂ ਕਿਹਾ ਮੈਂ ਉਹਨੂੰ ਇੱਕ ਵਾਰੀ ਮਿਲਣਾ ਹੈ। ਉਹਨਾਂ ਕਿਹਾ ਠੀਕ ਹੈ ਪੁੱਤਰ ਤੂੰ ਮਿਲ ਲੈ। ਕਹਿੰਦਾ ਉਹਨੂੰ ਸਾਈਡ ਤੇ ਖੜ ਕੇ ਮੈਂ ਕਿਹਾ ਗੱਲ ਸੁਣ, ਇਹ ਮੇਰੀ ਬੇਟੀ ਹੈ ਤੇ ਇਹ ਮੈਨੂੰ ਜਾਨ ਤੋਂ ਵੀ ਪਿਆਰੀ ਹੈ, ਅਗਰ ਤੂੰ ਇਹਨੂੰ ਆਪਣੀ ਧੀ ਬਣਾ ਕੇ ਰੱਖੇਂਗੀ ਤੇ ਅਸੀਂ ਦੋਵੇਂ ਸ਼ਾਦੀ ਕਰ ਲੈਂਦੇ ਹਾਂ। ਅਗਰ ਤੂੰ ਸਮਝਣੀ ਹੈ ਕਿ ਤੂੰ ਇਹਦੇ ਤੋਂ ਨਫ਼ਰਤ ਕਰਨੀ ਹੈ ਤੇ ਫਿਰ ਜਿਹੜਾ ਅਸੀਂ ਸ਼ਾਦੀ ਨਹੀਂ ਕਰਦੇ। ਕਹਿੰਦੇ ਨਹੀਂ ਕਿਉਂ ਨਹੀਂ, ਇਹ ਸਾਡੀ ਧੀ ਹੋਵੇਗੀ, ਇਹਦਾ ਕੀ ਕਸੂਰ ਹੈ, ਇਹਦੀ ਮਾਂ ਦੁਨੀਆ ਤੋਂ ਟੁਰ ਗਈ ਹੈ ਤੇ ਮੈਂ ਇਹਦੀ ਅਸਲ ਮਾਂ ਬਣ ਕੇ ਦੱਸਾਂਗੀ। ਮੈਨੂੰ ਖੁਸ਼ੀ ਹੋਈ ਕਿ ਚਲੋ ਇਹ ਜਿਹੜਾ ਮੇਰੀ ਬੇਟੀ ਦਾ ਖਿਆਲ ਰੱਖੇਗੀ। ਕਹਿੰਦਾ ਬਹਰਹਾਲ ਮੈਂ ਫਿਰ ਸ਼ਾਦੀ ਕਰ ਲਈ। ਕਹਿੰਦਾ ਸ਼ਾਦੀ ਕਰਕੇ ਤੇ ਕਹਿੰਦਾ ਮੈਂ ਬੜਾ ਖੁਸ਼ ਸਾਂ ਕਿ ਚਲੋ ਹੁਣ ਜਿਹੜਾ ਮੇਰੀ ਬੇਟੀ ਆਸਤਾ ਆਸਤਾ ਜਿਹੜਾ ਨਾ ਉਹ ਮੇਰੀ ਜਨਾਨੀ ਨਾਲ ਲੱਗ ਗਈ ਹੈ। ਕਹਿੰਦਾ ਮੈਂ ਜਿਹੜਾ ਨਾ ਆਪੂ ਵੀ ਬੜਾ ਖੁਸ਼ ਸਾਂ। ਕਹਿੰਦਾ ਲੈ ਕੇ ਅੱਗੇ ਪਿੱਛੇ ਲਾਹੌਰ ਵੀ ਗਿਆ, ਹੋਰ ਫਰਾਇਆ ਟਰਾਇਆ ਉਹਨਾਂ ਨੂੰ। ਕਹਿੰਦਾ ਬਹਰਹਾਲ ਮੈਂ ਜਿਹੜਾ ਨਾ ਸ਼ਾਮਾਂ ਵੇਲੇ ਬੇਟੀ ਮੇਰੀ ਆਦੀ ਹੈ ਕਿ ਪਾਪਾ ਮੈਂ ਆਈਸਕ੍ਰੀਮ ਖਾਣੀ ਹੈ। ਕਹਿੰਦਾ ਮੈਂ ਕਿਹਾ ਤੈਨੂੰ ਖਵਾ ਲਿਆ ਉਹਨੇ ਆਈਸਕ੍ਰੀਮ। ਕਹਿੰਦਾ ਮੈਂ ਉਹਨੂੰ ਬਿਠਾਇਆ ਮੋਟਰਸਾਈਕਲ ਦੇ ਅੱਗੇ। ਕਹਿੰਦਾ ਮੈਂ ਉਹਨੂੰ ਲੈ ਗਿਆ ਬਾਜ਼ਾਰ। ਕਹਿੰਦਾ ਬਾਜ਼ਾਰ ਗਿਆ, ਜਾ ਕੇ ਉੱਥੋਂ ਉਹਨੂੰ ਆਈਸਕ੍ਰੀਮ ਖਵਾਈ। ਕਹਿੰਦਾ ਸ਼ਾਮਾਂ ਦਾ ਟਾਈਮ ਸੀ। ਕਹਿੰਦਾ ਜਿਉਂ ਹੀ ਮੈਂ ਉੱਥੋਂ ਆਈਸਕ੍ਰੀਮ ਲੈ ਕੇ ਮੁੜਿਆ ਤੇ ਕਹਿੰਦਾ ਅੱਗੋਂ ਗਲੀ ਦੀ ਨੁੱਕਰ ਆਈ। ਕਹਿੰਦਾ ਆ ਕੇ ਮੋਟਰਸਾਈਕਲ ਵੱਜਿਆ ਸਿੱਧਾ ਮੇਰੇ ਮੋਟਰਸਾਈਕਲ ਨੂੰ। ਕਹਿੰਦਾ ਮੈਂ ਚੁੱਕਿਆ ਉੱਥੇ ਜਾ ਪਿਆ, ਬੇਟੀ ਮੇਰੀ ਉਧਰ ਜਾ ਪਈ ਹੈ। ਕਹਿੰਦਾ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਹੈ, ਕਹਿੰਦਾ ਲੇਕਿਨ ਮੇਰੀ ਲੱਤ ਜਿਹੜੀ ਹੈ ਨਾ ਉਹ ਮੈਨੂੰ ਉੱਠਣ ਨਹੀਂ ਸੀ ਦੇ ਰਹੀ। ਮੈਨੂੰ ਇਹੀ ਪਤਾ ਲੱਗਦਾ ਕਿ ਲੱਤ ਮੇਰੀ ਨਾਲੋਂ ਹੀ ਲੈ ਗਈ ਹੈ। ਕਹਿੰਦਾ ਮੈਂ ਤਾਂ ਕਿਹਾ ਮੇਰੀ ਬੇਟੀ ਉੱਥੇ ਬੇਹੋਸ਼ ਪਈ, ਬੰਦੇ ਅੱਗੇ ਪਿੱਛੇ ਇਕੱਠੇ ਹੋ ਗਏ। ਕਹਿੰਦਾ ਮੈਂ ਆਪਣਾ ਦਰਦ ਮੈਨੂੰ ਯਾਦ ਹੀ ਨਾ ਰਿਹਾ। ਕਹਿੰਦਾ ਮੈਂ ਕਿਹਾ ਮੇਰੀ ਬੇਟੀ ਵੱਲ ਤੱਕੋ, ਉਹਨੂੰ ਕਿਉਂ ਨਾ ਕਿਹਾ ਉਹ ਬੇਹੋਸ਼ ਹੋ ਗਈ ਹੈ। ਕਹਿੰਦਾ ਫਟੋਫਟ ਉਹਨਾਂ ਸਾਰਿਆਂ ਚੁੱਕਿਆ, ਉਹਨੂੰ ਵੀ ਤੇ ਮੈਨੂੰ ਵੀ। ਕਹਿੰਦਾ ਲੈ ਕੇ ਮੋਟਰਸਾਈਕਲ ਉੱਥੇ ਹੀ ਰਹਿ ਗਿਆ। ਕਹਿੰਦਾ ਸਾਨੂੰ ਹਸਪਤਾਲ ਲੈ ਗਏ। ਕਹਿੰਦਾ ਜਾ ਕੇ ਮੈਨੂੰ ਵੀ ਲੈ ਗਏ ਵੱਖਰੀ ਜਗ੍ਹਾ ਤੇ ਜਾ ਕੇ ਉਹਨਾਂ ਨੇ ਮੇਰੀ ਲੱਤ ਦਾ ਜਿਹੜਾ ਉਹ ਆਪਰੇਸ਼ਨ ਵਗੈਰਾ ਕੀਤਾ ਤੇ ਕਹਿੰਦਾ ਕੋਈ ਰਾੜ ਛਾੜ ਉਹਨਾਂ ਪਾਏ। ਕਹਿੰਦਾ ਪਰ ਮੈਨੂੰ ਇਹ ਕੋਈ ਨਾ ਪਤਾ ਕਿ ਮੇਰੀ ਬੇਟੀ ਦਾ ਕੀ ਹੋ ਰਿਹਾ। ਕਹਿੰਦਾ ਜਿਉਂ ਹੀ 3 ਦਿਨ ਗੁਜ਼ਰੇ ਨੇ, ਕਹਿੰਦਾ ਮੈਂ ਆਖਿਆ ਮੇਰੀ ਬੇਟੀ ਦਾ ਕੀ ਹਾਲ ਹੈ, ਮੈਨੂੰ ਥੋੜੀ ਸਮਝ ਆਈ ਹੈ। ਤੇ ਕਹਿੰਦਾ ਉਹ ਆਂਦੇ ਨੇ ਕਿ ਬੇਟੀ ਤੇਰੀ ਜਿਹੜੀ ਆ ਕੋਮੇ ਵਿੱਚ ਹੈ। ਕਹਿੰਦਾ ਮੈਂ ਆਖਿਆ ਕੀ ਹੋਇਆ ਉਹਨੂੰ? ਉਹਨਾਂ ਦੇ ਸਿਰ 'ਚ ਸੱਟ ਵੱਜੀ ਹੈ। ਕਹਿੰਦਾ ਕਿ ਉਹਦੀ ਮਾਂ ਦੇ ਸਿਰ 'ਚ ਵੀ ਸੱਟ ਵੱਜੀ ਸੀ। ਕਹਿੰਦਾ ਇਸ ਬੱਚੀ ਦੇ ਸਿਰ 'ਚ ਵੀ ਸੱਟ ਵੱਜੀ। ਕਹਿੰਦਾ ਮੈਂ ਕਿਹਾ ਮੈਨੂੰ ਫਟਾਫਟ ਮੇਰੀ ਧੀ ਕੋਲ ਲੈ ਜਾਓ। ਕਹਿੰਦਾ ਮੈਂ ਜਿਸ ਵੇਲੇ ਉੱਥੋਂ ਜਿਹੜਾ ਵੀਲ ਚੇਅਰ ਤੇ ਨਾਲ ਹੀ ਜਿਹੜਾ ਉੱਥੇ ਪਹੁੰਚਿਆ, ਕਹਿੰਦਾ ਇਤਨੀ ਦਿਨ ਉਹਨਾਂ ਦੱਸਿਆ ਕਿ ਬੇਟੀ ਜਿਹੜੀ ਹੈ ਤੁਹਾਡੀ ਖਤਮ ਹੋ ਗਈ ਹੈ।
ਕਹਿੰਦਾ ਮੇਰੇ ਤੇ ਜ਼ਾਰੀ ਗੱਲ ਆ, ਕਹਿੰਦਾ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਹੋਇਆ ਕੀ ਹੈ, ਕਹਿੰਦਾ ਪਹਿਲਾਂ ਇਹਦੀ ਮਾਂ ਜਾਂਦੀ ਰਹੀ ਹੈ, ਕਹਿੰਦਾ ਇਹ ਜਾਂਦੀ ਰਹੀ, ਕਹਿੰਦਾ ਮੇਰੀ ਜਾਨ ਤੋਂ ਪਿਆਰੀ ਮੇਰੀ ਬੇਟੀ ਸੀ। ਕਹਿੰਦਾ ਮੇਰੇ ਤੇ ਇਤਨੀਆਂ ਮੁਸੀਬਤਾਂ ਆਈਆਂ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਨਾ। ਬਹਰਹਾਲ ਕਹਿੰਦਾ ਮੈਂ ਜਿਸ ਤਰ੍ਹਾਂ ਕਿਸ ਤਰ੍ਹਾਂ ਵੀ ਹੈ ਉੱਥੋਂ ਬੇਟੀ ਨੂੰ ਚੁੱਕਿਆ ਜਾ ਕੇ, ਕਹਿੰਦਾ ਉਹਦੇ ਨੰਨੇ ਨੰਨੇ ਹੱਥ ਪਿਆਰੇ ਜਿਹੜੇ, ਕਹਿੰਦਾ ਉਹ ਤੱਕ ਕੇ ਮੈਨੂੰ ਤੇ ਫਿਰ ਜ਼ਾਰੀ ਗੱਲ ਤਕਲੀਫ ਹੁੰਦੀ ਸੀ ਆਪਣੀ ਬੇਟੀ ਨੂੰ। ਕਹਿੰਦਾ ਜਾ ਕੇ ਉਹਨੂੰ ਫਿਰ ਦਫਨਾਇਆ, ਕਹਿੰਦਾ ਦਫਨਾ ਕੇ ਤੇ ਫਿਰ ਘਰ ਆ ਗਿਆ। ਕਹਿੰਦਾ ਉਸ ਤੋਂ ਬਾਅਦ ਬੇਗਮ ਮੇਰੀ ਜਿਹੜੀ ਉਹ ਵੀ ਬੜੀ ਪਰੇਸ਼ਾਨ ਹੋਈ, ਕਹਿੰਦੀ ਸਾਡੇ ਘਰ ਤੇ ਰੌਣਕ ਹੀ ਖਤਮ ਹੋ ਗਈ ਹੈ। ਕਹਿੰਦਾ ਜ਼ਾਹਰੀ ਗੱਲ ਆ ਰੌਣਕ ਤੇ ਖਤਮ ਹੋਣੀ ਸੀ। ਕਹਿੰਦਾ ਬਾਰਾ ਜਿਹੜੇ 2-3 ਮਹੀਨੇ ਆ ਮੈਂ ਘਰ ਰਿਹਾ। ਕਹਿੰਦਾ ਉਸ ਤੋਂ ਬਾਅਦ ਜਿਹੜਾ ਕਹਿੰਦਾ ਮੈਂ ਵਾਪਸ ਆਇਆ ਫਿਰ ਇੱਥੇ ਬਾਹਰ, ਕਹਿੰਦਾ ਦਿਲ ਹੀ ਨਾ ਕਰੇ ਕੰਮ ਕਰਨ ਤੇ ਕਿ ਮੈਂ ਕੰਮ ਕਰਾਂ ਤੇ ਕਰਾਂ ਕਿਸ ਤਰ੍ਹਾਂ। ਕਹਿੰਦਾ ਮੇਰੇ ਤੇ ਇਤਨੀ ਗੁਜ਼ਰ ਗਈ ਸੀ, ਮੈਨੂੰ ਤੇ ਹੁਣ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੰਮ ਕਿਸ ਤਰ੍ਹਾਂ ਕਰਨਾ ਹੈ। ਬਹਰਹਾਲ ਕਹਿੰਦਾ ਜੋ ਅੱਲਾ ਨੂੰ ਮਨਜ਼ੂਰ ਸੀ, ਕਹਿੰਦਾ ਕਰਦਿਆਂ ਕਰਾਇਆ ਮੇਰੇ 8-10 ਸਾਲ ਗੁਜ਼ਰ ਗਏ ਨੇ ਕਿ ਮੇਰੇ ਘਰ ਔਲਾਦ ਨਹੀਂ ਹੋਈ। ਕਹਿੰਦਾ ਲੱਤ ਮੇਰੀ ਜਿਹੜੀ ਹੈ ਉਹ ਵਾਲ ਤਰ੍ਹਾਂ ਕੰਮ ਵੀ ਨਹੀਂ ਸੀ ਕਰਦੀ। ਲੇਕਿਨ ਕਹਿੰਦਾ ਔਖਿਆਂ ਸੌਖਿਆਂ ਹੋ ਕੇ ਫਿਰ ਮੈਂ ਆਪਣੀ ਜਨਾਨੀ ਨੂੰ ਬਾਹਰ ਮੰਗਾਇਆ। ਕਹਿੰਦਾ ਬਾਹਰ ਮੰਗਾ ਕੇ ਤੇ ਫਿਰ ਕਹਿੰਦਾ ਤਕਰੀਬਨ ਜਿਹੜਾ ਨਾ 2-3 ਸਾਲ ਫਿਰ ਗੁਜ਼ਰੇ ਨੇ ਤੇ ਫਿਰ ਅੱਲਾਹ ਤਾਲਾ ਨੇ ਸਾਨੂੰ ਬੇਟੀ ਦਿੱਤੀ ਹੈ। ਕਹਿੰਦਾ ਬੇਟੀ ਦਿੱਤੀ ਹੈ, ਫਿਰ ਦਿਲ ਨੂੰ ਬੜੀ ਖੁਸ਼ੀ ਹੋਈ ਹੈ ਕਿ ਚਲੋ ਉਹਦੀ ਚਿਹਰਾ ਨਜ਼ਰ ਆਉਂਦਾ ਉਸੇ ਬੇਟੀ ਦਾ ਜਿਹੜੀ ਇਸ ਦੁਨੀਆ ਤੋਂ ਜਾਂਦੀ ਰਹੀ ਹੈ। ਕਹਿੰਦਾ ਫਿਰ ਉਹਦਾ ਨਾਮ ਵੀ ਅਸਾਂ ਉਹ ਹੀ ਰੱਖਿਆ। ਕਹਿੰਦਾ ਬਹਰਹਾਲ ਇਹ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਮੇਰੇ ਪੱਲੇ ਕੱਖ ਨਹੀਂ ਸੀ ਛੱਡਿਆ। ਜਿਸ ਵੇਲੇ ਕਹਿੰਦਾ ਮਗਰ ਪੈ ਜਾਂਦੀਆਂ ਨਾ, ਇਹ ਚੜੇਲ ਵਾਲੇ ਹਿਸਾਬ ਹੈ, ਇਹ ਇਨਸਾਨ ਦਾ ਪਿੱਛਾ ਨਹੀਂ ਛੱਡਦੀਆਂ। ਬਹਰਹਾਲ ਕਹਿੰਦਾ ਇਸ ਤਰ੍ਹਾਂ ਦੀਆਂ ਮੁਸੀਬਤਾਂ ਅੱਲਾ ਕਿਸੇ ਤੇ ਵੀ ਨਾ ਲਿਆਵੇ। ਬਾਕੀ ਇਹ ਕਿ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਕਿ ਵੀਡੀਓ ਮੇਰੀ ਪੂਰੀ ਦੇਖਦੇ ਹੋ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਇਹ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ ਤੇ ਬਾਕੀ ਇਹ ਹੈ ਕਿ ਲਾਈਕ ਵੀ ਕਰਿਆ ਕਰੋ। ਲਾਈਕ ਕਰ ਦਿਓ ਤੇ ਹੋਰ ਜ਼ਰਾ ਥੋੜੀ ਵੀਡੀਓ ਹੋਰ ਬੰਦਿਆਂ ਤੱਕ ਜਾਏਗੀ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।